हाँ जी, सत श्री अकाल। ਅੱਜ ਅਸੀਂ ਇੱਕ ਖਾਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ ਜਾ ਰਹੇ ਹਾਂ ਰਾਏਕੋਟ। ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਗਵਰਨਮੈਂਟ ਪ੍ਰਾਇਮਰੀ ਸਕੂਲ ਸੱਜਾਵਾਲ ਦਾ ਸਟਾਫ ਹਰ ਸਮੇਂ ਬੱਚਿਆਂ ਦੇ ਲਈ ਕੋਈ ਨਵਾਂ ਪ੍ਰੋਜੈਕਟ ਲੈ ਕੇ ਆਉਂਦਾ ਹੈ, ਕੋਈ ਨਵੀਂ ਚੀਜ਼ ਸਕੂਲ ਦੇ ਵਿੱਚ ਤਿਆਰ ਕਰਦਾ ਹੈ। ਇਸੇ ਲੜੀ ਦੇ ਤਹਿਤ ਅਸੀਂ ਇਸ ਵਾਰ ਸੋਚਿਆ ਹੈ ਕਿ ਬੱਚਿਆਂ ਦੇ ਲਈ ਐਜੂਕੇਸ਼ਨ ਪਾਰਕ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਗਲੋਬ ਤਿਆਰ ਕੀਤਾ ਜਾਵੇ ਜੋ ਕਿ ਬਹੁਤ ਹੀ ਵੱਡਾ ਹੋਵੇ, ਆਦਮਕਦ ਹੋਵੇ और जिस ਨੂੰ देख के बच्चे धरती ਦੀ ਬਾਰੇ ਜੋ ਜਾਣਕਾਰੀ ਹੈ ਆਸਾਨੀ ਨਾਲ ਪ੍ਰਾਪਤ ਕਰ ਸਕਣ ਔਰ ਇਹ ਅਸਲੀ ਗਲੋਬ ਦੇ ਵਾਂਗ ਆਪਣੇ ਬੈਰਿੰਗਸ ਉੱਪਰ ਘੁੰਮਦਾ ਵੀ ਹੋਵੇ। ਸੋ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਲੋੜ ਹੈ ਇੱਕ ਫੁੱਟਬਾਲ ਟੈਂਕੀ ਦੀ। ਫੁੱਟਬਾਲ ਟੈਂਕੀ ਕਿਸੇ ਸਮੇਂ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਆਮ ਕੋਠਿਆਂ ਉੱਪਰ ਲੱਗੀ ਹੁੰਦੀ ਸੀ, ਪਰ ਅੱਜ ਕੱਲ੍ਹ ਇਹਦਾ ਰੁਝਾਨ ਘਟਿਆ ਹੋਇਆ ਹੈ। ਇਸ ਲਈ ਸਾਨੂੰ ਹੁਣ ਪਤਾ ਲੱਗਾ ਕਿ ਰਾਏਕੋਟ ਵਿੱਚ ਕੋਈ ਕਾਰੀਗਰ ਇਸ ਫੁੱਟਬਾਲ ਟੈਂਕੀ ਨੂੰ ਤਿਆਰ ਕਰਦਾ ਹੈ। ਸੋ ਅਸੀਂ ਉਸੇ ਫੁੱਟਬਾਲ ਟੈਂਕੀ ਦੀ ਤਲਾਸ਼ ਦੇ ਵਿੱਚ ਜਾ ਰਹੇ ਹਾਂ ਰਾਏਕੋਟ। ਰਸਤੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਨਜ਼ਾਰਾ ਹੈ। ਖੇਤਾਂ ਦੇ ਵਿੱਚ ਰੋਜ਼ ਖੜੇ ਨਜ਼ਰ ਆ ਰਹੇ ਨੇ ਔਰ ਬਹੁਤ ਹੀ ਸੁੰਦਰ ਕੁਦਰਤੀ ਵਾਤਾਵਰਣ ਬਣਿਆ ਹੋਇਆ ਹੈ। ਸੋ ਆਪਣੇ ਗਲੋਬ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਮੈਂ ਕਹੂੰਗਾ ਕਿ ਬਹੁਤ ਹੀ ਚੰਗਾ ਸ਼ਗੁਨ ਹੈ ਇਹ। ਸੋ ਅਸੀਂ ਇਸ ਵਕਤ ਪਹੁੰਚ ਚੁੱਕੇ ਹਾਂ ਰਾਏਕੋਟ। ਇਹ ਹੈਗਾ ਸਰਦਾਰ ਹਰੀ ਸਿੰਘ ਜੀ ਨਲਵਾ ਚੌਂਕ। ਇੱਥੇ ਹੀ ਉਹਨਾਂ ਦੀ ਸ਼ਾਪ ਹੈ। ਅਸੀਂ ਪਤਾ ਕਰਾਂਗੇ ਆਸ-ਪਾਸ ਦੇ ਦੁਕਾਨਦਾਰਾਂ ਤੋਂ ਕਿ ਉਹ ਜੋ ਕਾਰੀਗਰ ਨੇ ਟੈਂਕੀ ਦਾ ਕੰਮ ਕਰਦੇ ਨੇ ਫੁੱਟਬਾਲ ਟੈਂਕੀ ਦਾ, ਉਹ ਕਿੱਥੇ ਮਿਲਣਗੇ। ਸੋ ਸਾਨੂੰ ਪਤਾ ਲੱਗਿਆ ਕਿ ਟਾਹਲੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਅੱਗੇ ਜਾ ਕੇ ਹੀ ਉਹਨਾਂ ਦੀ ਜੋ ਸ਼ਾਪ ਹੈਗੀ ਹੈ। ਹਾਂਜੀ, ਇਹ ਉਹ ਕਾਰੀਗਰ, ਅਸੀਂ ਉਹਨਾਂ ਦੀ ਸ਼ਾਪ 'ਤੇ ਆ ਚੁੱਕੇ ਹਾਂ। ਇਹ ਫੁੱਟਬਾਲ ਟੈਂਕੀ ਤੁਸੀਂ ਦੇਖੀ ਬਣੀ ਪਈ ਹੈ। ਬਾਕੀ ਵੀ ਇਹ ਬਹੁਤ ਸਾਰਾ ਸਮਾਨ ਤਿਆਰ ਕਰ ਰਹੇ ਨੇ। ਗੁਰਦੁਆਰੇ ਦੇ ਗੁੰਬਦ ਵਗੈਰਾ ਔਰ ਬਾਜ ਵਗੈਰਾ ਵੀ ਇਹਨਾਂ ਵੱਲੋਂ ਤਿਆਰ ਕੀਤੇ ਜਾਂਦੇ ਨੇ। ਇਹ ਨੇ ਉਹ ਭਈਆ ਜੀ। ਕੀ ਰੇਟ ਲੈਣੇ ਇਹਨਾਂ ਨੂੰ ਪੁੱਛਦੇ ਹਾਂ। ਹਾਂਜੀ 5500। ਸੋ ਇਹ ਕਹਿ ਰਹੇ ਆ ਕਿ ਸੱਜਾ ਵਾਲਾ ਲੈਣੀ ਹੈ 5500 ਰੁਪਇਆ ਲਵਾਂਗੇ ਇਸ ਪ੍ਰੋਜੈਕਟ ਦਾ। ਹਾਂਜੀ, ਟੈਂਕੀ ਵਾਲੇ ਕਾਰੀਗਰ ਆਪਾਂ ਤੋਂ 5500 ਰੁਪਇਆ ਸੀਮੈਂਟ ਟੈਂਕੀ ਦਾ ਮੰਗ ਰਹੇ ਆ ਔਰ ਆਪਾਂ ਉਹਨਾਂ ਨਾਲ ਡੀਲ ਕਰ ਲਈ ਹੈ। 1000 ਰੁਪਇਆ ਆਪਾਂ ਉਹਨਾਂ ਨੂੰ ਐਡਵਾਂਸ ਦੇ ਦਿੱਤਾ ਹੈ। ਹੁਣ ਤੁਸੀਂ ਦੇਖ ਰਹੇ ਹੋ ਕਿ ਮੇਰੇ ਕੋਲ ਧਰਤੀ ਦਾ ਮਾਡਲ ਗਲੋ ਫੜਿਆ ਹੋਇਆ ਹੈ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਉੱਪਰਲੀ ਸਾਈਡ ਇੱਕ ਵਾਈਟ ਕਲਰ ਦੀ ਟਿੱਕੀ ਲੱਗੀ ਹੈ ਔਰ ਸੇਮ ਇਸੇ ਤਰ੍ਹਾਂ ਦੀ ਟਿੱਕੀ ਇਸ 'ਤੇ ਨੀਚਲੀ ਸਾਈਡ ਉੱਪਰ ਲੱਗੀ ਹੋਈ ਹੈ ਔਰ ਇਹਦੇ ਵਿੱਚ ਦੀ ਇੱਕ ਰੋਡ ਨਿਕਲਦੀ ਹੈ। ਸੋ ਆਪਾਂ ਜਦੋਂ ਸੀਮੈਂਟ ਦੀ ਟੈਂਕੀ ਤਿਆਰ ਕਰਨੀ ਹੈ, ਸੋ ਸੇਮ ਇਸ ਸੀਮੈਂਟ ਟੈਂਕੀ ਦੀ ਪਕੜ ਨੂੰ ਮਜ਼ਬੂਤ ਬਣਾਉਣ ਲਈ ਔਰ ਬੇਰਿੰਗਸ ਉੱਪਰ ਗੋਲ ਘੁੰਮਣ ਲਈ ਇਸੇ ਤਰ੍ਹਾਂ ਦੀਆਂ ਦੋ ਟਿੱਕੀਆਂ ਆਪਾਂ ਨੂੰ ਵੱਡੀਆਂ ਲਗਾਉਣੀਆਂ ਪੈਣਗੀਆਂ। ਸੋ ਸਾਡਾ ਵਿਚਾਰ ਹੈ ਕਿ ਇਹਨਾਂ ਟਿੱਕੀਆਂ ਦੀ ਜਗ੍ਹਾ ਅਸੀਂ ਟਰੈਕਟਰ ਦੀਆਂ 4 ਤਵੀਆਂ ਖਰੀਦਾਂਗੇ ਔਰ ਕਿਉਂਕਿ ਆਪਣੀ ਟੈਂਕੀ ਬਹੁਤ ਵੱਡੀ ਹੋਵੇਗੀ, ਸੋ 4 ਤਵੀਆਂ ਟਰੈਕਟਰ ਦੀ ਉੱਪਰਲੀ ਸਾਈਡ ਔਰ ਨੀਚਲੀ ਸਾਈਡ ਲਗਾਵਾਂਗੇ। 2 ਤਵੀਆਂ ਉੱਪਰਲੀ ਸਾਈਡ, ਇੱਕ ਉੱਪਰ ਆ ਜਾਏਗੀ, ਇੱਕ ਉਹਦੇ ਅੰਦਰਲੀ ਸਾਈਡ। ਇਸੇ ਤਰ੍ਹਾਂ ਇੱਕ ਤਵੀ ਨੀਚੇ ਔਰ ਇੱਕ ਉਹਦੇ ਅੰਦਰਲੀ ਸਾਈਡ ਆ ਜਾਏਗੀ, ਕਿਉਂਕਿ ਤਵੀਆਂ ਬਹੁਤ ਹੀ ਜ਼ਿਆਦਾ ਮਜ਼ਬੂਤ ਹੁੰਦੀਆਂ ਨੇ ਔਰ ਜੋ ਬੇਰਿੰਗਸ ਨੇ ਉਹ ਉਹਨਾਂ ਦੇ ਵਿੱਚ ਹੀ ਟਿਕਣਗੇ ਔਰ ਉਹਨਾਂ ਦੀ ਮਦਦ ਨਾਲ ਹੀ ਇਸ ਗਲੋਬ ਨੂੰ, ਇਸ ਸੀਮੈਂਟ ਟੈਂਕੀ ਨੂੰ ਗੋਲ ਘੁਮਾਉਣਗੇ। ਸੋ ਹੁਣ ਅਸੀਂ ਜਾ ਰਹੇ ਹਾਂ ਉਹਨਾਂ ਤਵੀਆਂ ਨੂੰ ਲੈਣ ਵਾਸਤੇ ਔਰ ਬੇਰਿੰਗਸ ਨੂੰ ਲੈਣ ਵਾਸਤੇ। ਜੀ, ਹੁਣ ਆਪਾਂ ਆ ਚੁੱਕੇ ਹਾਂ ਸਾਈਕਲ ਦੀ ਸ਼ਾਪ ਦੇ ਉੱਪਰ। ਇੱਥੋਂ ਆਪਾਂ ਹੱਬਾਂ ਲੈ ਰਹੇ ਹਾਂ। ਆਪਾਂ 2 ਹੱਬਾਂ ਲਈਆਂ ਨੇ। ਇਹਨਾਂ ਹੱਬਾਂ ਦੇ ਨਾਲ ਹੀ ਆਪਣਾ ਜੋ ਗਲੋਬ ਹੈ ਗੋਲ ਘੁੰਮੇਗਾ, ਧੁਰੇ ਇਹੀ ਬਣਨਗੇ। ਇਸ ਤੋਂ ਬਾਅਦ ਹੁਣ ਅਸੀਂ ਪਹੁੰਚ ਚੁੱਕੇ ਹਾਂ ਰੂਮੀ ਕਵਾੜੀਆਂ ਦੀ ਸ਼ਾਪ ਦੇ ਉੱਪਰ। ਇੱਥੋਂ ਅਸੀਂ ਤਵੀਆਂ ਲਵਾਂਗੇ। 4 ਤਵੀਆਂ ਲੈਣੀਆਂ ਨੇ ਅਸੀਂ ਔਰ ਇਹਨਾਂ 4 ਤਵੀਆਂ ਦੀ ਮਦਦ ਨਾਲ ਹੀ ਸਾਰਾ ਗਲੋਬ ਗੋਲ ਘੁੰਮੇਗਾ। ਇਹਨਾਂ ਦੇ ਵਿੱਚ ਹੀ ਬੇਰਿੰਗਸ ਨੂੰ ਫਿੱਟ ਹੋਣਾ ਹੈ। ਇਸ ਕਰਕੇ ਤਵੀਆਂ ਇਸ ਪ੍ਰੋਜੈਕਟ ਦਾ ਸਭ ਤੋਂ ਅਹਿਮ ਹਿੱਸਾ ਕਿਹਾ ਜਾਏਗਾ। ਸੋ ਹੁਣ ਤਵੀਆਂ ਲੈਣ ਤੋਂ ਬਾਅਦ ਸਾਡਾ ਅਗਲਾ ਕੰਮ ਹੈ ਇਹਨਾਂ ਤਵੀਆਂ ਦੇ ਵਿੱਚ 4-4 ਹੋਲਸ ਕਰਵਾਉਣੇ, ਕਿਉਂਕਿ ਤੁਹਾਨੂੰ ਮੈਂ ਦੱਸ ਚੁੱਕਿਆ ਪਹਿਲਾਂ ਕਿ ਨਾਰਥ ਪੋਲ ਦੇ ਉੱਪਰ ਵੀ 2 ਤਵੀਆਂ ਫਿੱਟ ਹੋਣਗੀਆਂ, ਗਲੋਬ ਦੇ ਸਾਊਥ ਪੋਲ ਉੱਪਰ ਵੀ 2 ਤਵੀਆਂ ਫਿੱਟ ਹੋਣਗੀਆਂ। ਇਹ ਤਵੀਆਂ ਅੰਦਰ ਬਾਹਰ ਫਿੱਟ ਹੋਣਗੀਆਂ, ਤਾਂ ਇਹਨਾਂ ਨੂੰ ਨਟਾਂ ਦੀ ਮਦਦ ਨਾਲ ਕੱਸਿਆ ਜਾਵੇਗਾ। ਇਸ ਕਰਕੇ ਇਹਨਾਂ ਵਿੱਚ ਹੋਲਸ 4-4 ਹੋਲਸ ਕਰਵਾਉਣੇ ਬਹੁਤ ਜ਼ਰੂਰੀ ਆ। ਅਸੀਂ ਰਾਏਕੋਟ ਵਿੱਚ ਕਾफ़ੀ ਸ਼ਾਪਸ ਤੋਂ ਪੁੱਛਿਆ ਕਿ ਤਵੀਆਂ ਦੇ ਵਿੱਚ ਹੋਲਸ ਕੀਤੇ ਜਾਣ, ਪਰ ਕੋਈ ਵੀ ਸ਼ਾਪਕੀਪਰ ਇਹਨਾਂ ਤਵੀਆਂ ਦੀ ਮੋਟਾਈ ਦੇਖ ਕੇ ਇਹਨਾਂ ਦੇ ਵਿੱਚ ਹੋਲਸ ਕਰਨ ਨੂੰ ਤਿਆਰ ਨਹੀਂ ਹੋਇਆ। ਇਸ ਤੋਂ ਬਾਅਦ ਸਰਦਾਰ ਪ੍ਰੇਮਜੀਤ ਜੀ ਨੇ ਆਪਣੀ ਖਰਾਦ ਸ਼ਾਪ ਦੇ ਉੱਪਰ, ਰਾਏਕੋਟ ਦੇ ਵਿੱਚ ਹੀ ਦੁਕਾਨ ਇਹਨਾਂ ਦੀ, ਤੋਂ ਇਹਨਾਂ ਨੇ ਇਹ ਰਾਜੀ ਹੋਏ ਨੇ ਅਤੇ ਇਹਨਾਂ ਨੇ ਹੁਣ ਤਵੀਆਂ ਦੇ ਵਿੱਚ ਆਪਣੀ ਅਮੈਰੀਕਨ ਮਸ਼ੀਨ ਦੇ ਨਾਲ ਹੋਲ ਕੀਤੇ ਨੇ। ਸੋ ਇਹ ਸਾਡਾ ਕੰਮ ਹੁਣ ਮੁਕੰਮਲ ਹੋ ਚੁੱਕਿਆ ਹੈ ਤਵੀਆਂ ਦੇ ਵਿੱਚ ਛੇਦ ਕਰਵਾਉਣ ਦਾ। ਜੇ ਤਵੀਆਂ ਦੇ ਵਿੱਚ ਹੋਲਸ ਕਰਵਾਉਣ ਤੋਂ ਬਾਅਦ ਹੁਣ ਅਸੀਂ ਇਹਨਾਂ ਤਵੀਆਂ ਨੂੰ ਫਿਰ ਤੋਂ ਲੈ ਕੇ ਜਾ ਰਹੇ ਹਾਂ ਆਪਣੀ ਟੈਂਕੀ ਵਾਲੇ ਦੀ ਸ਼ਾਪ ਦੇ ਉੱਪਰ। ਇੱਥੇ ਟੈਂਕੀ ਵਾਲੇ ਨੇ ਵੀ ਟੈਂਕੀ ਬਣਾਉਣ ਦੇ ਲਈ ਆਪਣੀ ਡਾਈ ਉੱਪਰ ਕੰਮ ਸ਼ੁਰੂ ਕਰ ਦਿੱਤਾ ਹੈ। ਤਾਰਾਂ ਵਗੈਰਾ ਪਾ ਦਿੱਤੀਆਂ ਨੇ ਔਰ ਮਸਾਲਾ ਵਗੈਰਾ ਉਹਨਾਂ ਵੱਲੋਂ ਬਣਾ ਦਿੱਤਾ ਗਿਆ ਹੈ। ਸੋ ਹੁਣ ਟੈਂਕੀ ਦਾ ਇੱਕ ਹਿੱਸਾ ਬਣਨਾ ਸ਼ੁਰੂ ਹੋ ਚੁੱਕਿਆ ਹੈ।
ਔਰ ਅਸੀਂ ਕੋਲ ਕਰਕੇ ਉਹਨੂੰ ਡਾਇਰੈਕਸ਼ਨ ਦੇਵਾਂਗੇ ਕਿ ਕਿਸ ਤਰ੍ਹਾਂ ਇਹਦੇ ਵਿੱਚ ਤਵੀ ਨੂੰ ਫਿੱਟ ਕਰਨਾ ਹੈ ਔਰ ਕਿਸ ਤਰ੍ਹਾਂ ਇਹਦਾ ਇੱਕ ਹਿੱਸਾ ਤਿਆਰ ਕਰਨਾ ਹੈ। ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਜੋ ਤਵੀ ਆਪਾਂ ਸੀਮੈਂਟ ਦੀ ਨਾਰਥ ਪੋਲ ਉੱਪਰ ਅੰਦਰ ਫਿੱਟ ਕਰਨੀ ਹੈ ਉਹ ਰੱਖੀ ਜਾ ਚੁੱਕੀ ਹੈ ਔਰ ਇਸ ਉੱਪਰ ਭਈਆ ਜੀ ਵੱਲੋਂ ਫਿਰ ਤੋਂ ਮਸਾਲਾ ਲਗਾਇਆ ਜਾ ਰਿਹਾ ਤਾਂ ਕਿ ਇਹ ਤਵੀ ਬਿਲਕੁਲ ਅੰਦਰ ਟਕੀ ਜਾਵੇ ਔਰ ਜੋ ਨਟ ਦਿਖ ਰਹੇ ਆ ਇਹਨਾਂ ਉੱਪਰ ਬਾਅਦ ਦੇ ਵਿੱਚ ਦੂਸਰੀ ਤਵੀ ਕਸੀ ਜਾਵੇ। ਸੋ ਇਹ ਬਹੁਤ ਹੀ ਅਹਿਮ ਹਿੱਸਾ ਹੈ ਇਸ ਪ੍ਰੋਜੈਕਟ ਦਾ ਜੋ ਕਿ ਬਹੁਤ ਹੀ ਸਹੀ ਤਰੀਕੇ ਨਾਲ ਪੂਰਾ ਹੋ ਚੁੱਕਿਆ ਹੈ। ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਗਲੋਬ ਦਾ ਜੋ ਨਾਰਦਰਨ ਹੈਮੀਸਫੀਅਰ ਹੈ ਉਹ ਤਿਆਰ ਹੋ ਚੁੱਕਿਆ ਹੈ ਔਰ ਸਾਨੂੰ ਇੱਕ ਹਫ਼ਤੇ ਦਾ ਸਮੇਂ ਦਿੱਤਾ ਸੀ ਭਈਆ ਜੀ ਵੱਲੋਂ ਇਹਨੂੰ ਸੁੱਕਣ ਲਈ। ਅੱਜ ਇਹ ਸੁੱਕ ਚੁੱਕਿਆ ਹੈ। ਅਸੀਂ ਇੱਕ ਹਫ਼ਤੇ ਬਾਅਦ ਇੱਥੇ ਪਹੁੰਚੇ ਹਾਂ ਔਰ ਤੁਸੀਂ ਦੇਖ ਰਹੇ ਹੋ ਕਿ ਡਾਈ ਉੱਪਰੋਂ ਬਣਿਆ ਹੋਇਆ ਹਿੱਸਾ ਉਤਾਰਿਆ ਜਾ ਰਿਹਾ ਹੈ ਔਰ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਜੋ ਤਵੀ ਹੈ ਨਟਾਂ ਦੇ ਨਾਲ ਉੱਪਰਲੀ ਸਾਈਡ ਫਿੱਟ ਕੀਤੀ ਜਾ ਚੁੱਕੀ ਹੈ, ਇੱਕ ਤਵੀ ਅੰਦਰਲੀ ਸਾਈਡ ਔਰ ਇੱਕ ਤਵੀ ਬਾਹਰਲੀ ਸਾਈਡ ਫਿੱਟ ਕੀਤੀ ਜਾ ਚੁੱਕੀ ਹੈ, ਨਟ ਕਸੇ ਜਾ ਚੁੱਕੀ ਹੈ। ਇਸੇ ਤਰ੍ਹਾਂ ਹੁਣ ਆਪਣਾ ਦੂਸਰਾ ਹਿੱਸਾ ਤਿਆਰ ਕੀਤਾ ਜਾਵੇਗਾ। ਉਸ ਦੇ ਵਿੱਚ ਵੀ 2 ਤਵੀਆਂ ਲਗਾਈਆਂ ਜਾਣਗੀਆਂ, ਇੱਕ ਅੰਦਰਲੀ ਸਾਈਡ ਔਰ ਇੱਕ ਬਾਹਰਲੀ ਸਾਈਡ। ਗਲੋਬ ਦਾ ਦੂਸਰਾ ਹਿੱਸਾ ਤਿਆਰ ਕਰਨ ਲਈ ਵੀ ਸੇਮ ਪ੍ਰੋਸੀਜਰ ਅਪਣਾਇਆ ਜਾਵੇਗਾ ਔਰ ਇਸੇ ਤਰ੍ਹਾਂ ਡਾਈ ਉੱਪਰ ਚੜਾ ਕੇ ਦੂਸਰਾ ਹਿੱਸਾ ਤਿਆਰ ਕੀਤਾ ਜਾਵੇਗਾ। ਸੋ ਉਹ ਸੀਨ ਅਸੀਂ ਤੁਹਾਨੂੰ ਨਹੀਂ ਦਿਖਾ ਰਹੇ, ਇਸ ਨਾਲ ਵੀਡੀਓ ਕਾਫੀ ਵੱਡਾ ਹੋ ਜਾਵੇਗਾ। ਅੱਜ ਅਸੀਂ ਦੁਬਾਰਾ ਇੱਥੇ ਆਏ ਹਾਂ ਜਦੋਂ ਕਿ ਨੀਚੇ ਵਾਲਾ ਹਿੱਸਾ ਵੀ ਤਿਆਰ ਹੋ ਚੁੱਕਿਆ ਔਰ ਉਸ ਨੂੰ ਦੂਸਰੇ ਹਿੱਸੇ ਨਾਲ ਫਿੱਟ ਕੀਤਾ ਜਾ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਤਵੀ ਫਿੱਟ ਨਹੀਂ ਕੀਤੀ ਉਹਨਾਂ ਨੇ ਉੱਪਰਲੀ ਸਾਈਡ। ਇਸ ਦਾ ਕਾਰਨ ਇਹ ਰਿਹਾ ਕਿ ਭਈਆ ਜੀ ਜੋ ਕਾਰੀਗਰ ਨੇ ਉਹਨਾਂ ਨੇ ਅੰਦਰ ਵੜ ਕੇ ਪਲਾਸਟਰ ਦਾ ਕੰਮ ਕਰਨਾ ਹੈ। ਅਗਰ ਉਹ ਤਵੀ ਪਹਿਲਾਂ ਹੀ ਫਿੱਟ ਕਰ ਦਿੰਦੇ ਅੰਦਰ ਤਾਂ ਉਹ ਫਿਰ ਅੰਦਰ ਨਹੀਂ ਵੜ ਪਾਉਣਾ ਸੀ ਉਹਨਾਂ ਨੇ ਔਰ ਅੰਦਰੋਂ ਜੋ ਪਲਾਸਟਰ ਦਾ ਕੰਮ ਹੈ, ਮਜ਼ਬੂਤੀ ਦਾ ਕੰਮ ਹੈ, ਉਹ ਰਹਿ ਜਾਣਾ ਸੀ। ਸੋ ਹੁਣ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਅੰਦਰ ਪਲਾਸਟਰ ਕਰਨ ਤੋਂ ਬਾਅਦ ਡਰਿਲ ਕਰਕੇ ਗਲੀ ਕਰਕੇ ਦੋਨੇ ਤਵੀਆਂ ਆਪਾਂ ਫਿੱਟ ਕਰਾਂਗੇ। ਸੋ ਹੁਣ ਕਾਰੀਗਰ ਭਈਆ ਜੀ ਵੱਲੋਂ ਇਸ ਗਲੋਬ ਦੇ ਅੰਦਰ ਵੜ ਕੇ ਇਸ ਨੂੰ ਪਲਾਸਟਰ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਤੁਸੀਂ ਦੇਖ ਸਕਦੇ ਹੋ ਕਿ ਇਹ ਗਲੋਬ ਕਿੱਡਾ ਵੱਡਾ ਹੋਵੇਗਾ ਜਿਸ ਅੰਦਰ ਇੱਕ ਪੂਰੇ ਦਾ ਪੂਰਾ ਇਨਸਾਨ ਵੜ ਕੇ ਇਹਨੂੰ ਪਲਾਸਟਰ ਕਰ ਰਿਹਾ ਹੈ। ਤੁਸੀਂ ਇਸ ਦੇ ਸਾਈਜ਼ ਦਾ ਅੰਦਾਜ਼ਾ ਇੱਥੋਂ ਲਗਾ ਸਕਦੇ ਹੋ ਔਰ ਇਹ ਮੇਰੇ ਹਿਸਾਬ ਨਾਲ ਕਿ ਇਹ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਪਹਿਲਾ ਗਲੋਬ ਹੋਵੇਗਾ ਜੋ ਕਿ ਘੁੰਮਦਾ ਵੀ ਹੋਵੇਗਾ ਔਰ ਬਹੁਤ ਹੀ ਜ਼ਿਆਦਾ ਆਦਮਕਦ ਹੋਵੇਗਾ। ਸੋ ਹੁਣ ਤਕਰੀਬਨ ਗਲੋਬ ਅੰਦਰੋਂ ਪਲਾਸਟਰ ਹੋ ਚੁੱਕਿਆ ਹੈ, ਬਾਹਰੋਂ ਪਲਾਸਟਰ ਕਰਨ ਤੋਂ ਬਾਅਦ ਇਸ ਦੀ ਡਿਲੀਵਰੀ ਕੀਤੀ ਜਾਵੇਗੀ। ਸੋ ਗਲੋਬ ਤਿਆਰ ਕਰਾਉਣ ਨੂੰ ਪੂਰੇ 25 ਦਿਨ ਦੇ ਉੱਤੇ ਲੱਗ ਗਏ ਨੇ ਔਰ ਅੱਜ ਉਹ ਦਿਨ ਆਇਆ ਕਿ ਗਲੋਬ ਦੀ ਡਿਲੀਵਰੀ ਕਰਨ ਲਈ ਕਾਰੀਗਰ ਆਪਣੇ ਛੋਟੇ ਹਾਥੀ ਉੱਪਰ ਸਰਕਾਰੀ ਪ੍ਰਾਇਮਰੀ ਸਕੂਲ ਸੱਜਾਵਾਲ ਵਿੱਚ ਆਇਆ। ਬਹੁਤ ਹੀ ਖੁਸ਼ੀ ਦਾ ਦਿਨ ਕਿ ਗਲੋਬ ਦੀ ਡਿਲੀਵਰੀ ਅੱਜ ਸਕੂਲ ਦੇ ਵਿੱਚ ਕੀਤੀ ਜਾ ਰਹੀ ਹੈ। ਹਾਂਜੀ, ਗਲੋਬ ਦੀ ਡਿਲੀਵਰੀ ਸਕੂਲ ਵਿੱਚ ਹੋਣ ਤੋਂ ਬਾਅਦ ਹੁਣ ਸਾਡਾ ਅਗਲਾ ਕੰਮ ਹੈ, ਇਸ ਪ੍ਰੋਜੈਕਟ ਦਾ ਅਗਲਾ ਪੜਾਅ ਸ਼ੁਰੂ ਕਰ ਰਹੇ ਹਾਂ ਜਿਸ ਵਿੱਚ ਕਿ ਧਰਤੀ ਦੇ ਵਿੱਚ ਇੱਕ 7 ਫੁੱਟ ਦਾ ਟੋਆ ਪੱਟਿਆ ਜਾਵੇਗਾ। ਸੋ ਇਸ ਟੋਏ ਨੂੰ ਪੱਟਣ ਦਾ ਕੰਮ ਕੀਤਾ ਹੈ ਸਾਡੇ ਬੱਗੀ ਚਾਲਕ ਸਰਦਾਰ ਮੋਹਨ ਸਿੰਘ ਜੀ ਵੱਲੋਂ ਔਰ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਰਦਾਰ ਸਰਪੰਚ ਜਸਮੇਲ ਸਿੰਘ ਜੀ ਸੇਲੀ ਸੱਜਾਵਾਲ ਜਿਨ੍ਹਾਂ ਵੱਲੋਂ ਸਾਨੂੰ ਇਹ ਜੋ ਸੀਮੈਂਟ ਪਾਈਪ ਮੁਹੱਈਆ ਕਰਾਇਆ ਗਿਆ ਹੈ। ਸੋ ਇਹ ਸੀਮੈਂਟ ਪਾਈਪ ਧਰਤੀ ਦੇ ਵਿੱਚ 7 ਫੁੱਟ ਗੱਡਿਆ ਜਾਵੇਗਾ ਕਿਉਂਕਿ ਜੋ ਗਲੋਬ ਹੈ ਆਪਣਾ ਉਹ 2 ਕੁਆਂਟਲ ਦੇ ਕਰੀਬ ਹੈ। तो ਸਾਰਾ ਭਾਰ ਇਸੇ ਸੀਮੈਂਟ ਪਾਈਪ ਨੇ ਚੱਕਣਾ ਹੈ। ਸੋ ਇਸ ਕੰਮ ਨੂੰ ਪੂਰਾ ਕਰਵਾ ਰਹੇ ਨੇ ਮਿਸਤਰੀ, ਸਪੈਸ਼ਲ ਤੌਰ ਤੇ ਬੁਲਾਏ ਗਏ ਮਿਸਤਰੀ ਬੜੈਂਚਾਂ ਦੇ ਮਿਸਤਰੀ ਸਰਦਾਰ ਜਸਵਿੰਦਰ ਸਿੰਘ ਕੁੱਬੀ ਬੜੈਂਚ ਜੀ। ਸੋ ਇੱਕ ਖਾਸੀਅਤ ਇਹਨਾਂ ਮਿਸਤਰੀ ਜੀ ਦੀ, ਇਹ ਬਿਲਡਿੰਗ ਵਾਲੇ ਮਿਸਤਰੀ ਨੇ ਪਰ ਦੇਖੋ ਇਹ ਨਾਲ ਪਾਈਪ ਵੀ ਰਖਵਾ ਰਹੇ ਨੇ ਔਰ ਪਾਈਪ ਨੂੰ ਅੰਦਰ ਕਰਾਉਣ ਦਾ ਕੰਮ ਵੀ ਕਰ ਰਹੇ ਨੇ। ਸੋ ਹੁਣ ਮਸਾਲਾ ਰਲਾਇਆ ਜਾ ਚੁੱਕਿਆ ਹੈ ਔਰ ਇਸ ਪਾਈਪ ਦੇ ਵਿੱਚ ਮਸਾਲੇ ਨਾਲ ਇਸ ਪਾਈਪ ਨੂੰ ਭਰ ਦਿੱਤਾ ਜਾਵੇਗਾ ਤਾਂ ਕਿ ਇਹ ਪਾਈਪ ਬਹੁਤ ਜ਼ਿਆਦਾ ਹੈਵੀ ਔਰ ਮਜ਼ਬੂਤ ਹੋ ਜਾਏ ਔਰ ਇਸ ਪਾਈਪ ਦੇ ਵਿੱਚ ਇੱਕ ਲੋਹੇ ਦਾ ਮਜ਼ਬੂਤ ਰੋਡ ਖੜੀ ਕੀਤੀ ਜਾਵੇਗੀ। ਇसी ਮਜ਼ਬੂਤ ਰੋਡ ਦੇ ਉੱਪਰ ਹੀ ਫਿਰ ਗਲੋਬ ਨੂੰ ਜੋ ਹੈ ਵੈਲਡਿੰਗ ਕੀਤਾ ਜਾਵੇਗਾ, ਉਹ ਵੀ 23.5 ਡਿਗਰੀ ਦੇ ਐਂਗਲ ਦੇ ਉੱਪਰ। ਆਹ ਨਾ ਮੈਨੂੰ ਥੋੜੀ ਦੇ ਛੋਟੀ ਅੰਕਲ ਥੋੜੀ ਜਿਹੀ। ਹੁਣ ਤੁਸੀਂ ਦੇਖ ਸਕਦੇ ਹੋ ਕਿ ਮਿਸਤਰੀ ਵੱਲੋਂ ਉਹ ਰੋਡ ਫਿੱਟ ਕੀਤੀ ਜਾ ਰਹੀ ਹੈ ਜਿਸ ਉੱਪਰ ਸਾਰੇ ਗਲੋਬ ਨੇ ਭਾਰ ਪਾਉਣਾ ਹੈ ਤਾਂ ਗਲੋਬ ਨੇ ਖੜਨਾ ਹੈ। ਸੋ ਇਹ ਮੇਨ ਇਸ ਗਲੋਬ ਦਾ ਹਿੱਸਾ ਹੋਵੇਗੀ। ਪਾਈਪ ਦੇ ਆਸੇ-ਪਾਸੇ ਵੀ ਮਸਾਲਾ ਪਾਇਆ ਜਾ ਰਿਹਾ ਹੈ ਤਾਂ ਕਿ ਪਾਈਪ ਬਿਲਕੁਲ ਸਖਤੀ ਦੇ ਨਾਲ ਹਿੱਲੇ ਨਾ ਔਰ ਬਿਲਕੁਲ ਸਟੈਚੂ ਹੋ ਕੇ ਖੜ ਜਾਵੇ। ਪਾਈਪ ਨੂੰ ਧਰਤੀ ਵਿੱਚ ਗੱਡਣ ਤੋਂ ਬਾਅਦ ਹੁਣ ਵੈਲਡਿੰਗ ਕੀਤੀ ਜਾ ਰਹੀ ਹੈ ਗਲੋਬ ਨੂੰ
ਇਸ ਵਿੱਚ ਹੁਣ ਜੋ ਬੇਰਿੰਗਸ ਨੇ ਉਹਨਾਂ ਨੂੰ ਵੈਲਡ ਕੀਤਾ ਜਾਵੇਗਾ ਔਰ ਵਿੱਚ ਉਹ ਪਾਈਪ ਪਾਇਆ ਗਿਆ ਲੋਹੇ ਦਾ ਉਸ ਨੂੰ ਵੈਲਡ ਕੀਤਾ ਜਾ ਰਿਹਾ ਤਵੀਆਂ ਦੇ ਉੱਪਰ। ਸੋ ਜੋ ਮੇਨ ਕੰਮ ਹੈ ਆਪਾਂ ਤਵੀਆਂ ਜਿਸ ਕੰਮ ਪਰਪਸ ਲਈ ਪਾਈਆਂ ਸੀਗੀਆਂ ਉਸ ਕੰਮ ਉੱਪਰ ਹੁਣ ਮਿਸਤਰੀ ਜਸਵਿੰਦਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਜੋ ਗਲੋਬ ਦੇ ਆਸ-ਪਾਸ ਇੱਕ ਆਰਕ ਬਣੀ ਹੁੰਦੀ ਹੈ, ਹੁਣ ਉਸ ਆਰਕ ਨੂੰ ਇਸ ਗਲੋਬ ਦੇ ਨਾਲ ਵੈਲਡ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਆਰਕ ਨੂੰ ਬਣਾਉਣ ਉੱਪਰ ਕਾਫੀ ਮਿਹਨਤ ਲੱਗੀ ਹੈ। ਗਲੋਬ ਦੀ ਆਰਕ ਫਿੱਟ ਕਰਨ ਤੋਂ ਬਾਅਦ ਹੁਣ ਇਸ ਪ੍ਰੋਜੈਕਟ ਦਾ ਸਭ ਤੋਂ ਅਹਿਮ ਹਿੱਸਾ ਅਤੇ ਸਭ ਤੋਂ ਡਿਫਿਕਲਟ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕਿ ਗਲੋਬ ਨੂੰ ਉੱਪਰ ਉਠਾ ਕੇ ਵੈਲਡ ਕੀਤਾ ਜਾਵੇਗਾ ਔਰ ਇਸ ਕੰਮ ਦੇ ਲਈ ਮਿਸਤਰੀ ਵੱਲੋਂ ਗਾਰਡਰ ਫਿੱਟ ਕੀਤੇ ਜਾ ਰਹੇ ਆ। ਇਹਨਾਂ ਗਾਰਡਰਾਂ ਉੱਪਰ ਚੇਨ ਕੁੱਪੀ ਬੰਨ੍ਹੀ ਜਾਵੇਗੀ ਔਰ ਇਸ ਚੇਨ ਕੁੱਪੀ ਦੀ ਮਦਦ ਨਾਲ ਇਸ 2.5 ਕੁਇੰਟਲ ਦੇ ਗਲੋਬ ਨੂੰ ਉੱਪਰ ਉਠਾ ਕੇ ਔਰ ਉਸ ਤੋਂ ਬਾਅਦ 23.5 ਡਿਗਰੀ ਦੇ ਐਂਗਲ ਉੱਪਰ ਵੈਲਡਿੰਗ ਕੀਤਾ ਜਾਵੇਗਾ। ਸੋ ਬਹੁਤ ਹੀ ਡਿਫਿਕਲਟ, ਬਹੁਤ ਹੀ ਖਤਰਨਾਕ ਕੰਮ ਹੈ ਇਹ ਕਿਉਂਕਿ ਐਕਸੀਡੈਂਟ ਦਾ ਵੀ ਖਤਰਾ ਹੈ। ਕੋਈ ਗਾਰਡਰ ਡਿੱਗ ਗਿਆ ਜਾਂ ਫਿਰ ਫਿਟਿੰਗ ਦੇ ਦੌਰਾਨ ਕਿਸੇ ਵੀ ਸਾਡੇ ਮਿਸਤਰੀ ਜਾਂ ਮਜ਼ਦੂਰ ਨੂੰ ਸੱਟ ਲੱਗ ਗਈ, ਸੋ ਕਾਫੀ ਖਤਰਨਾਕ ਕੰਮ ਅਸੀਂ ਇਹਨੂੰ ਕਹਿ ਸਕਦੇ ਹਾਂ। ਪਰ ਫਿਰ ਵੀ ਬਾਬਾ ਜੀ ਦੀ ਕਿਰਪਾ ਨਾਲ ਇਹ ਕੰਮ ਨੇਪਰੇ ਚੜ੍ਹ ਗਿਆ। ਹੁਣ 23.5 ਡਿਗਰੀ ਦਾ ਕੋਣ ਸਾਡੇ ਚੇਅਰਮੈਨ ਸਰਦਾਰ ਜਗਦੇਵ ਸਿੰਘ ਜੀ ਜੱਗੀ ਵੱਲੋਂ ਕੱਢਿਆ ਜਾ ਰਿਹਾ ਹੈ। ਕਾਫੀ ਮੈਥਾਮੈਟਿਕਸ ਇਹਨਾਂ ਨੂੰ ਗਿਆਨ ਹੈ ਔਰ ਇਹਨਾਂ ਨੇ ਹੀ ਆ ਕੇ 23.5 ਡਿਗਰੀ ਦਾ ਐਂਗਲ ਜੋ ਹੈ ਗਲੋਬ ਨੂੰ ਫਿੱਟ ਕਰਨ ਦੇ ਲਈ ਕੱਢਿਆ ਹੈ। ਜਿਵੇਂ ਹੀ ਅਸੀਂ ਟੈਂਕੀ ਨੂੰ ਉੱਪਰ ਚੜਾਉਣ ਦਾ ਕੰਮ ਸ਼ੁਰੂ ਕਰਨ ਲੱਗੇ ਲਾਈਟ ਚਲੀ ਗਈ, ਪਰ ਸਾਡੇ ਇੱਕ ਫੋਨ 'ਤੇ ਹੀ ਬਹੁਤ ਧੰਨਵਾਦੀ ਹਾਂ ਮੈਂਬਰ ਪੰਚਾਇਤ ਹਰਦੀਪ ਸਿੰਘ ਜੀ ਗਿੱਲ, ਉਹਨਾਂ ਵੱਲੋਂ ਆਪਣਾ ਜਨਰੇਟਰ ਔਰ ਟਰੈਕਟਰ ਉਸੇ ਟਾਈਮ ਸਕੂਲ ਵਿੱਚ ਭੇਜ ਦਿੱਤਾ ਗਿਆ। ਹੁਣ ਉਹ ਟਾਈਮ ਆ ਗਿਆ ਕਿ ਇਸ ਟੈਂਕੀ ਨੂੰ ਗਲੋਬ ਨੂੰ ਉੱਪਰ ਉਠਾਇਆ ਜਾਵੇ ਔਰ 23.5 ਡਿਗਰੀ ਦੇ ਕੋਣ ਉੱਪਰ ਵੈਲਡਿੰਗ ਕੀਤਾ ਜਾਵੇ। ਸੋ ਬਹੁਤ ਸਾਰੇ ਜੋ ਪਿੰਡ ਦੇ ਪਤਵੰਤੇ ਸੱਜਣ ਹੈ ਇਸ ਕੰਮ ਦੇ ਲਈ ਇੱਥੇ ਪਹੁੰਚ ਚੁੱਕੇ ਨੇ, ਉਹਨਾਂ ਦਾ ਸਹਿਯੋਗ ਸਾਨੂੰ ਮਿਲ ਰਿਹਾ ਹੈ। ਸੋ ਇਹ ਸਾਨੂੰ ਮੈਨ ਪਾਵਰ ਦੀ ਲੋੜ ਸੀਗੀ ਔਰ ਆਟੋਮੈਟਿਕਲੀ ਮੈਨ ਪਾਵਰ ਦੇ ਰੂਪ ਵਿੱਚ ਸਾਡੇ ਕਮੇਟੀ ਮੈਂਬਰ, ਸਾਡੇ ਪੰਚਾਇਤ ਮੈਂਬਰ ਔਰ ਪਤਵੰਤੇ ਸੱਜਣ ਪਹੁੰਚ ਚੁੱਕੇ ਨੇ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਰਦਾਰ ਜਗਮੋਹਨ ਸਿੰਘ ਜੀ ਬਿਜਲੀ ਬੋਰਡ, ਜਿਨ੍ਹਾਂ ਵੱਲੋਂ ਜੋ ਚੇਨ ਕੁੱਪੀ ਦਾ ਪ੍ਰਬੰਧ ਕਰਵਾਇਆ ਗਿਆ। ਇਹਨਾਂ ਦੇ ਦੋਸਤ ਸੱਜਾਵਾਲ ਮੋਟਰ ਗੈਰਾਜ ਵਾਲੇ ਸਰਦਾਰ ਸਿੰਗਾਰਾ ਸਿੰਘ ਜੀ, ਜਿਨ੍ਹਾਂ ਵੱਲੋਂ ਇਹ ਚੇਨ ਕੁੱਪੀ ਸਾਨੂੰ ਮੁਹੱਈਆ ਕਰਾਈ ਗਈ ਮੌਕੇ ਉੱਪਰ। ਔਰ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਕਾਫੀ ਹਨੇਰਾ ਹੋ ਗਿਆ ਹੈ ਕੰਮ ਨੂੰ, ਪਰ ਇਹ ਕੰਮ ਹੁਣ ਰੋਕਿਆ ਨਹੀਂ ਜਾਵੇਗਾ ਕਿਉਂਕਿ ਇੰਨੀ ਮੈਨ ਪਾਵਰ, ਟਰੈਕਟਰ, ਟਰਾਲੀ, ਜਨਰੇਟਰ, ਇਹ ਸਾਰਾ ਕੁਝ ਦੁਬਾਰਾ ਲੈ ਕੇ ਆਉਣਾ ਬਹੁਤ ਔਖਾ ਹੋਵੇਗਾ। ਇਸ ਲਈ ਹਨੇਰੇ ਦੇ ਵਿੱਚ ਇਹ ਕੰਮ ਜਾਰੀ ਕੀਤਾ ਜਾ ਰਿਹਾ ਹੈ, ਲਗਾਤਾਰ ਚੱਲਦਾ ਜਾ ਰਿਹਾ। ਦੇਖੋ ਕਿਸ ਤਰ੍ਹਾਂ ਚੇਨ ਕੁੱਪੀ ਦੀ ਮਦਦ ਨਾਲ ਗਲੋਬ ਉੱਪਰ ਨੂੰ ਜਾ ਰਿਹਾ ਹੈ। ਹਾਂਜੀ, ਰਾਤ ਦੇ 10 ਵੱਜ ਚੁੱਕੇ ਆ ਕਿਉਂਕਿ ਜੋ ਚੇਨ ਕੁੱਪੀ ਦੀ ਮਦਦ ਨਾਲ ਗਲੋਬ ਨੂੰ ਉੱਪਰ ਚੜਾਉਣ ਦਾ ਕੰਮ ਹੈ ਉਹ ਬਹੁਤ ਸਲੋ ਸਪੀਡ ਨਾਲ ਕੀਤਾ ਗਿਆ ਕਿਉਂਕਿ ਖਤਰਾ ਸੀ ਗਲੋਬ ਦੇ ਟੁੱਟਣ ਦਾ ਜਾਂ ਐਕਸੀਡੈਂਟ ਦਾ ਵੀ ਖਤਰਾ ਸੀ। ਹੁਣ ਰਾਤ ਦੇ ਘੁੱਪ ਹਨੇਰੇ ਦੇ ਵਿੱਚ 10 ਵਜੇ ਮਿਸਤਰੀ ਵੱਲੋਂ ਵੈਲਡਿੰਗ ਕੀਤੀ ਜਾ ਰਹੀ ਹੈ। 23.5 ਡਿਗਰੀ ਦਾ ਐਂਗਲ ਸੈੱਟ ਕਰ ਲਿਆ ਗਿਆ ਹੈ ਔਰ ਗਲੋਬ ਦਾ ਜੋ ਕੰਮ ਹੈ ਆਪਦੇ ਅੰਤਿਮ ਪੜਾਵਾਂ 'ਤੇ ਹੈ। ਹਾਂਜੀ, ਰਾਤ ਦੇ 10 ਵਜੇ ਤੱਕ ਸਾਡੇ ਨਾਲ ਕੰਮ ਕਰਵਾਉਣ ਤੋਂ ਬਾਅਦ ਸਰਦਾਰ ਜਗਮੋਹਨ ਸਿੰਘ ਜੀ ਬਿਜਲੀ ਬੋਰਡ ਅਤੇ ਸਰਦਾਰ ਸਿੰਗਾਰਾ ਸਿੰਘ ਜੀ, ਜੋ ਇਹਨਾਂ ਨੇ ਸਾਨੂੰ ਚੇਨ ਕੁੱਪੀ ਮੁਹੱਈਆ ਕਰਾਈ ਸੀ, ਉਹ ਲੈਣ ਆਏ ਨੇ ਔਰ ਨਾਲ ਦੀ ਨਾਲ ਦੇਖ ਰਹੇ ਨੇ ਕਿ ਕਿਉਂਕਿ ਰਾਤ ਬਿਲਕੁਲ ਨਜ਼ਰ ਨਹੀਂ ਆ ਰਿਹਾ ਸੀ ਕੀ ਕੰਮ ਹੋਇਆ। ਸੋ ਹੁਣ ਇਹ ਕੰਮ ਚੈੱਕ ਕਰ ਰਿਹਾ ਕਿ ਕੀ ਇਹ ਗਲੋਬ ਬਿਲਕੁਲ ਸਹੀ ਜੁੜਿਆ, ਕੀ ਵੈਲਡਿੰਗ ਪੂਰੀ ਪ੍ਰੋਪਰ ਹੋਈ ਹੈ। ਸੋ ਇਹ ਸਾਰਾ ਉਹਨਾਂ ਵੱਲੋਂ ਚੈੱਕ ਕੀਤਾ ਜਾ ਰਿਹਾ ਔਰ ਮਿਸਤਰੀ ਵੱਲੋਂ ਗਲੋਬ ਘੁਮਾ ਕੇ ਦਿਖਾਇਆ ਜਾ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਗਲੋਬ ਬਹੁਤ ਹੀ ਖੂਬਸੂਰਤੀ ਨਾਲ ਆਪਣੇ ਧੁਰੀ ਉੱਪਰ ਘੁੰਮ ਰਿਹਾ ਹੈ ਔਰ ਹੁਣ ਅਸੀਂ ਅਗਲੇ ਕੰਮ ਉੱਪਰ ਆ ਚੁੱਕੇ ਹਾਂ, ਜਿਸ ਵਿੱਚ ਕਿ ਮਿਸਤਰੀ ਵੱਲੋਂ ਗਲੋਬ ਦੇ ਨੀਚੇ ਵਾਲਾ ਜੋ ਹਿੱਸਾ ਹੈ, ਜੋ ਆਪਾਂ ਦੇਖਦੇ ਹਾਂ ਬੇਸ, ਉਹ ਤਿਆਰ ਕੀਤਾ ਜਾ ਰਿਹਾ ਹੈ ਔਰ ਬੇਸ ਤਿਆਰ ਕਰਨ ਤੋਂ ਬਾਅਦ ਗਲੋਬ ਨੂੰ ਰੰਗ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਮਿਸਤਰੀ ਵੱਲੋਂ ਗਲੋਬ ਦਾ ਜੋ ਨੀਚੇ ਵਾਲਾ ਬੇਸ ਹੈ ਉਹ ਤਿਆਰ ਕਰ ਦਿੱਤਾ ਗਿਆ ਹੈ, ਪਰ ਉਨੀ ਸਫਾਈ ਇਸ ਕੰਮ ਵਿੱਚ ਮਿਸਤਰੀ ਵੱਲੋਂ ਨਹੀਂ ਦਿਖਾਈ ਗਈ ਜਿੰਨੀ ਅਸੀਂ ਉਹ ਤੋਂ ਚਾਹੁੰਦੇ ਸੀਗੇ। ਫਿਰ ਵੀ ਰੰਗ ਹੋਣ ਤੋਂ ਬਾਅਦ ਇਹ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗੇਗਾ। ਹੁਣ ਸਾਡਾ ਅਗਲਾ ਕੰਮ ਹੈ ਇਸ ਗਲੋਬ ਨੂੰ ਰੰਗ ਕਰਵਾਉਣਾ ਔਰ ਰੰਗ ਕਰਵਾਉਣ ਦੇ ਲਈ ਅਸੀਂ ਇਸ ਕੰਮ ਲਈ ਚੁਣਿਆ ਹੈ ਰੂਮੀ ਰਾਜ ਪੇਂਟਰ ਨੂੰ, ਜੋ ਕਿ ਰੂਮੀ ਦੇ ਰਹਿਣ ਵਾਲੇ ਆ। ਸੋ ਇਹਨਾਂ ਵੱਲੋਂ ਇਸ ਨੂੰ ਰੰਗ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ। ਕਿਸੇ ਵੀ ਮੂਰਤੀ ਵਿੱਚ ਜੋ ਰੰਗ ਨੇ ਉਹ ਜਾਨ ਭਰ ਦਿੰਦੇ ਹਨ। ਸੋ ਇਸੇ ਤਰ੍ਹਾਂ ਰੂਮੀ ਰਾਜ ਜੀ ਵੱਲੋਂ
ਗਲੋਬ ਦੇ ਵਿੱਚ ਜੋ ਰੰਗ ਭਰੇ ਜਾ ਰਹੇ ਹਨ ਉਹਨਾਂ ਨੂੰ ਦੇਖਣ ਤੋਂ ਬਾਅਦ ਇਹ ਗਲੋਬ ਬਿਲਕੁਲ ਅਸਲੀ ਗਲੋਬ, ਅਸਲੀ ਧਰਤੀ ਵਰਗਾ ਲੱਗਣ ਲੱਗ ਗਿਆ ਹੈ। ਸੋ ਬਹੁਤ ਹੀ ਸੁੰਦਰ ਕਲਾਕਾਰੀ ਦਾ ਪ੍ਰਗਟਾਵਾ ਇਸ ਗਲੋਬ ਵਿੱਚ ਜਾਨ ਪਾਉਣ ਦਾ ਕੰਮ ਰੂਮੀ ਰਾਜ ਪੇਂਟਰ ਵੱਲੋਂ ਕੀਤਾ ਗਿਆ ਹੈ। ਸੋ ਹੁਣ ਤੁਸੀਂ ਦੇਖ ਰਹੇ ਹੋ ਕਿ ਰੂਮੀ ਰਾਜ ਪੇਂਟਰ ਵੱਲੋਂ ਇਸ ਗਲੋਬ ਨੂੰ ਅੰਤਿਮ ਛੂਹਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੇ ਵੱਲੋਂ ਇਸ ਦੇ ਬੇਸ ਉੱਪਰ ਰੰਗ ਕੀਤਾ ਜਾ ਰਿਹਾ ਹੈ। ਸਾਰੇ ਦੇਸ਼ ਸਮੁੰਦਰ ਉਹਨਾਂ ਵੱਲੋਂ ਬਣਾ ਦਿੱਤੇ ਗਏ ਹਨ ਔਰ ਇਹ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗਣਾ ਸ਼ੁਰੂ ਹੋ ਗਿਆ ਹੈ। ਸੋ ਮੈਨੂੰ ਇਹ ਲੱਗਦਾ ਕਿ ਜੋ ਇਹ ਗਲੋਬ ਸੱਜਾਵਾਲ ਪ੍ਰਾਇਮਰੀ ਸਕੂਲ ਦੇ ਵਿੱਚ ਬਣਿਆ ਹੈ, ਸੱਜਾਵਾਲ ਦੇ ਲੋਕਾਂ ਲਈ ਬਹੁਤ ਮਾਣ ਦੀ ਗੱਲ ਹੈ, ਕਿਉਂਕਿ ਇਸ ਤਰ੍ਹਾਂ ਦਾ ਗਲੋਬ ਸਰਕਾਰੀ ਸਕੂਲਾਂ ਤੋਂ ਇਲਾਵਾ ਕਿਸੇ ਵੀ ਪ੍ਰਾਈਵੇਟ ਸਕੂਲ ਵਿੱਚ ਨਹੀਂ ਬਣਿਆ ਹੋਵੇਗਾ। ਅਗਰ ਕਿਤੇ ਬਣਿਆ ਵੀ ਹੈ ਤਾਂ ਉਹ ਘੁੰਮਦਾ ਨਹੀਂ ਹੈਗਾ ਜਾਂ ਉਹ ਬਹੁਤ ਛੋਟਾ ਹੈਗਾ ਵਾ। ਸੋ ਬਹੁਤ ਹੀ ਮਾਣ ਦੀ ਗੱਲ ਸਮੂਹ ਪਿੰਡ ਦੇ ਲਈ। ਔਰ ਅੰਤ ਵਿੱਚ ਅਸੀਂ ਸਾਰੇ ਪੰਚਾਇਤ ਮੈਂਬਰ, ਕਮੇਟੀ ਮੈਂਬਰ ਔਰ ਜਿਨ੍ਹਾਂ ਨੇ ਸਾਨੂੰ ਸਹਿਯੋਗ ਕੀਤਾ ਹੈ ਉਹਨਾਂ ਸਭ ਦੇ ਬਹੁਤ-ਬਹੁਤ ਧੰਨਵਾਦੀ ਹਾਂ। ਖਾਸ ਤੌਰ 'ਤੇ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ ਮੈਡਮ ਸੁਖਵੰਤ ਕੌਰ ਜੀ ਗਰੇਵਾਲ ਦਾ, ਜਿਨ੍ਹਾਂ ਨੇ ਸਾਨੂੰ ਯੋਗਦਾਨ ਪਾਇਆ 13,000 ਰੁਪਏ ਦਾ ਇਸ ਪ੍ਰੋਜੈਕਟ ਦੇ ਵਿੱਚ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਅਸੀਂ ਗਲੋਬ ਬਣਾ ਰਹੇ ਹਾਂ ਸਪੈਸ਼ਲ ਚੀਜ਼ ਦਾ, ਉਹਨਾਂ ਵੱਲੋਂ ਆਰਥਿਕ ਯੋਗਦਾਨ ਖਾਸ ਤੌਰ 'ਤੇ ਸਕੂਲ ਆ ਕੇ ਸਟਾਫ ਨੂੰ ਦਿੱਤਾ ਗਿਆ। ਸੋ ਇਸ ਕੰਮ ਲਈ ਅਸੀਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ। ਧੰਨਵਾਦ।